ਮੰਨ ਲਓ ਕੱਲ ਨੂੰ ਇਹ ਜ਼ਮੀਨ ਸਰਕਾਰ ਛਡਵਾ ਲੈਂਦੀ ਆ ਤਾਂ ਉਸ ਤੋਂ ਬਾਅਦ ਕੀ ਸਰਕਾਰ ਇੱਥੇ ਕੋਈ ਹੋਰ ਪ੍ਰੋਜੈਕਟ ਲਾ ਸਕਦੀ ਹੈ ਜਾਂ ਉਹ ਗਰੀਬਾਂ ਦੇ ਵਿੱਚ ਵੀ ਜ਼ਮੀਨ ਨੂੰ ਵੰਡ ਸਕਦੀ ਹੈ ਐਜ਼ ਅ ਪਲਾਟ? ਗੌਰਮੈਂਟ ਉਹਨਾਂ ਨੂੰ ਐਜ਼ ਏ ਪਲਾਟ 5 ਮਰਲੇ 2 ਮਰਲੇ 300 ਗਜ 500 ਗਜ ਜੋ ਵੀ ਹੈ ਗੌਰਮੈਂਟ ਉਹਨਾਂ ਦੇ ਵੰਡ ਦੇ ਤਹਿਤ ਉਹਨਾਂ ਨੂੰ ਵੰਡ ਸਕਦੀ ਹੈ। ਇਹ ਸਰਪਲਸ ਦਾ ਮੇਨ ਹੀ ਮੋਟੋ ਹੈ। ਮੁਆਵਜ਼ਾ ਤਕਰੀਬਨ 10 ਕਰੋੜ ਰੁਪਏ ਦੇ ਕਰੀਬ ਬਣਦਾ ਹੈ। ਜਿਹੜੇ ਬੇਜ਼ਮੀਨੇ ਲੋਕ ਹਨ ਉਹਨਾਂ ਦੇ ਵਿੱਚ ਅਲਾਟਮੈਂਟ ਵੰਡ ਕੀਤੀ ਜਾਵੇ। ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋ ਸਾਂਝਾ ਟੀਵੀ ਦੇ ਨਾਲ ਤੇ ਮੈਂ ਹਾਂ ਰਿਸ਼ੀ ਸਿੰਘ ਰਾਹੀ। ਅਕਸਰ ਪੰਜਾਬ ਦੇ ਪਿੰਡਾਂ 'ਚ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਨੇ ਕਿ ਸ਼ਾਮਲਾਟ ਜਾਂ ਸਰਕਾਰੀ ਜ਼ਮੀਨਾਂ ਦੇ ਉੱਪਰ ਧਨਾੜ ਬੰਦਿਆਂ ਦੇ ਕਬਜ਼ੇ। ਅਜਿਹਾ ਇੱਕ ਮਾਮਲਾ ਸਾਹਮਣੇ ਆਇਆ ਡੇਰਾਬੱਸੀ ਦੇ ਪਿੰਡ ਜੌਲਾ ਕਲਾਂ 'ਚ, ਜਿੱਥੇ ਧਨਾੜ ਬੰਦਿਆਂ ਵੱਲੋਂ ਸਰਕਾਰੀ ਜ਼ਮੀਨ ਦੇ ਉੱਪਰ ਸ਼ਰੇਆਮ ਕਬਜ਼ਾ ਕੀਤਾ ਗਿਆ ਤੇ ਨਾ ਹੀ ਕੋਈ ਸਰਕਾਰ ਨੂੰ ਠੇਕਾ ਦਿੱਤਾ ਜਾ ਰਿਹਾ। ਸਾਡੇ ਨਾਲ ਕਾਮਨ ਲੈਂਡ ਪ੍ਰੋਟੈਕਸ਼ਨ ਦੇ ਸਰਪ੍ਰਸਤ ਅਵਤਾਰ ਸਿੰਘ ਨੇ। ਅਵਤਾਰ ਜੀ, ਇਹ ਪੂਰਾ ਮਾਮਲਾ ਹੈ ਕੀ ਆ? ਇਹ ਪਿੰਡ ਜੌਲਾ ਕਲਾਂ ਵੱਲੋਂ ਪਿੰਡ ਦੇ ਜਿਹੜੇ ਬੇਜ਼ਮੀਨੇ ਘਰ ਉਹਨਾਂ ਵੱਲੋਂ ਸਾਡੀ ਸੰਸਥਾ ਨੂੰ ਇੱਕ ਦਰਖਾਸਤ ਦਿੱਤੀ ਗਈ ਸੀ ਕਿ ਸਾਡੇ ਪਿੰਡ ਦੇ ਵਿੱਚ ਧਨਾੜ ਲੋਕਾਂ ਨੇ, ਜਿਵੇਂ ਕਿ ਨਰਮੈਲ ਸਿੰਘ ਜੌਲਾ ਜੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੈਂਬਰ ਵੀ ਹੈ, ਤੇ ਉਹਦਾ ਭਰਾ ਗੁਰਮੀਤ ਸਿੰਘ ਨੰਬਰਦਾਰ ਪਿੰਡ ਦਾ, ਜਿਨ੍ਹਾਂ 125 ਏਕੜ ਦੇ ਕਰੀਬ ਜੋ ਸਰਕਾਰੀ ਜ਼ਮੀਨ ਤੇ ਨਜਾਇਜ਼ ਕਬਜ਼ਾ ਕੀਤਾ ਹੋਇਆ ਹੈ, ਜਿਸ ਦੇ ਵਿੱਚ 15 ਸਾਲ ਤੋਂ ਉਹ ਕਾਸ਼ਤ ਕਰਦੇ ਆ ਰਹੇ ਆ। ਇਸ ਦੇ ਵਿੱਚ ਇਹ ਜ਼ਮੀਨ ਜਿਹੜੀ ਸਰਪ੍ਰਸਤ ਹੈ, ਇਹ ਜਿਹੜੇ ਬੇਜ਼ਮੀਨੇ ਘਰ ਹਨ ਉਹਨਾਂ ਨੂੰ ਅਲਾਟ ਕੀਤੀ ਜਾ ਸਕਦੀ ਹੈ। ਅਸੀਂ ਇਸ ਘਪਲੇ ਸੰਬੰਧੀ ਡਿਪਟੀ ਕਮਿਸ਼ਨਰ ਮੋਹਾਲੀ ਜੀ ਨੂੰ ਲਿਖਤੀ ਦਰਖਾਸਤ ਦਿੱਤੀ ਹੈ, ਜਿਸ ਦੇ ਵਿੱਚ ਏਡੀਸੀ ਵੱਲੋਂ ਐਸਡੀਐਮ ਡੇਰਾਬੱਸੀ ਨੂੰ ਕਾਰਵਾਈ ਕਰਨ ਵਾਸਤੇ ਉਹਨਾਂ ਨੇ ਮਾਰਕ ਕੀਤੀ ਗਈ ਹੈ। ਜਿਸ ਅੱਜ ਇਸ ਮੁੱਦੇ ਤੇ ਅਸੀਂ ਪ੍ਰੈਸ ਕਲੱਬ ਦੇ ਵਿੱਚ ਜਿਰਕਪੁਰ ਪ੍ਰੈਸ ਕਾਨਫਰੰਸ ਕੀਤੀ ਹੈ, ਜਿਸ ਦੇ ਵਿੱਚ ਇਸ ਮੁੱਦੇ ਨੂੰ ਉਭਾਰਿਆ ਗਿਆ ਹੈ। ਇਸ ਦੇ ਵਿੱਚ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਜੋ ਇਸ ਦਾ ਮੁਆਵਜ਼ਾ ਤਕਰੀਬਨ 10 ਕਰੋੜ ਰੁਪਏ ਦੇ ਕਰੀਬ ਬਣਦਾ ਹੈ, ਜੋ ਇਹਨਾਂ ਧਨਾੜ ਬੰਦਿਆਂ ਤੋਂ ਇਹ ਸਰਕਾਰ ਦੇ ਖਾਤੇ ਵਿੱਚ ਜਿਹੜਾ ਹੈ ਜਮ੍ਹਾਂ ਕਰਵਾਇਆ ਜਾਵੇ, ਔਰ ਜਿਹੜੀ ਇਹ ਜ਼ਮੀਨ ਹੈ ਨਜਾਇਜ਼ ਕਬਜ਼ਾ ਖਾਲੀ ਕਰਾ ਕੇ ਜਿਹੜੇ ਬੇਜ਼ਮੀਨੇ ਲੋਕ ਹਨ ਉਹਨਾਂ ਦੇ ਵਿੱਚ ਅਲਾਟਮੈਂਟ ਵੰਡ ਕੀਤੀ ਜਾਵੇ। ਇਹ ਅਵਤਾਰ ਜੀ, ਜਿਹੜੀ ਜ਼ਮੀਨ ਆ ਇਹ ਪਿੰਡ ਦੀ ਹੈ ਕਿ ਜਾਂ ਸਰਕਾਰੀ ਕਿਵੇਂ ਹੈ ਜ਼ਮੀਨ? ਇਹ ਕਬਜ਼ਾ ਕਿਵੇਂ ਹੋਇਆ ਸੀ ਇਹਨਾਂ ਦਾ? ਇਹਨਾਂ ਕਈ ਸਾਲਾਂ ਤੋਂ ਪੁਰਾਣਾ ਇੱਕ ਗੋਲਡਨ ਫਰੋਸਟ ਸੀਗੀ ਕੰਪਨੀ, ਜਿਨ੍ਹਾਂ ਪਿੰਡਾਂ ਦੇ ਵਿੱਚ ਖਰੀਦ ਕੇ ਇਸ ਜ਼ਮੀਨ ਨੂੰ ਆਪਣੇ ਨਾਂ ਕੀਤਾ ਸੀ। ਔਰ ਅੱਜ ਤੋਂ 20 ਸਾਲ ਪਹਿਲਾਂ ਜਿਹੜੇ ਸਾਡੇ ਸੁਖਵਿੰਦਰਪਾਲ ਪਟਵਾਰੀ ਜੀ ਹੈ ਇਸ ਸੰਸਥਾ ਦੇ, ਉਹਨਾਂ ਨੇ ਇਨਵੈਸਟੀਗੇਸ਼ਨ ਕੀਤੀ, ਜਿਨ੍ਹਾਂ ਤੋਂ ਪਤਾ ਲੱਗਿਆ ਰਿਕਾਰਡ ਦੇ ਵਿੱਚ ਜਿਹੜਾ ਹੈ 20 ਸਾਲ ਤੋਂ ਇਹ ਸਰਕਾਰ ਦੇ ਨਾਂ ਚੜ੍ਹ ਚੁੱਕੀ ਹੈ, ਲੇਕਿਨ 20 ਸਾਲਾਂ ਤੋਂ ਅੱਜ ਤੱਕ ਕਿਸੇ ਵੀ ਪ੍ਰਸ਼ਾਸਨ ਅਧਿਕਾਰੀ ਨੇ ਇਸ ਜ਼ਮੀਨ ਨੂੰ ਆਪਣੇ ਅਧੀਨ ਨਜਾਇਜ਼ ਕਬਜ਼ੇ ਤੋਂ ਖਾਲੀ ਨਹੀਂ ਕਰਵਾਇਆ, ਨਾ ਹੀ ਕੋਈ ਇਸ ਦਾ ਚੁਕੌਤਾ ਤੇ ਨਾ ਹੀ ਕਿਸੇ ਬੇਘਰਾਂ ਨੂੰ ਇਹ ਜ਼ਮੀਨ ਅਲਾਟ ਕੀਤੀ ਗਈ ਹੈ। 20 ਸਾਲਾਂ ਦੇ ਵਿੱਚ ਸਰਕਾਰਾਂ ਬਦਲੀਆਂ, ਕਾਂਗਰਸ ਵੀ ਰਹੀ, ਅਕਾਲੀ ਵੀ ਰਹੇ, ਫਿਰ ਕਾਂਗਰਸ ਆ ਗਈ। ਕੀ ਕਿਸੇ ਮੰਤਰੀ ਨੇ ਇਹਦੇ ਕੋਈ ਆਬਜੈਕਸ਼ਨ ਲੈਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਕਿ ਯਾਰ ਇਹ ਲੋਕਾਂ ਨਾਲ ਧੱਕਾ ਹੋ ਰਿਹਾ ਪਿੰਡ ਦੇ ਨਾਲ? ਇਹਦੇ ਵਿੱਚ ਸਾਫ਼ ਸਪਸ਼ਟ, ਕਿਉਂਕਿ ਜਿਹੜੀ ਸਟੇਟ ਪੰਜਾਬ ਦੇ ਵਿੱਚ ਅਕਾਲੀ ਬੀਜੇਪੀ ਸਰਕਾਰ ਔਰ ਕਾਂਗਰਸ ਦੀ ਸਰਕਾਰ ਪਾਰਟੀ ਦੀ ਸਰਕਾਰਾਂ ਰਹੀਆਂ ਹਨ, ਲੇਕਿਨ ਜਿਹੜੇ ਇਹ ਉਰੇ ਧਨਾੜ ਬੰਦੇ ਲੋਕ ਹੈ, ਨਜਾਇਜ਼ ਕਾਬਜ਼ ਹੈ, ਔਰ ਇੱਥੇ ਵੱਡੀ ਵੱਡੀਆਂ ਹਾਊਸਿੰਗ ਪ੍ਰੋਜੈਕਟ ਕੰਪਨੀਆਂ ਵੀ ਇਸੇ ਤਰ੍ਹਾਂ ਹੀ ਇਹ ਸਰਕਾਰੀ ਜ਼ਮੀਨਾਂ ਤੇ ਨਜਾਇਜ਼ ਕਬਜ਼ੇ ਕਰਕੇ ਹਾਊਸਿੰਗ ਪ੍ਰੋਜੈਕਟ ਉਸਾਰੇ ਜਾ ਰਹੇ ਹੈ। ਤੇ ਇਹਨਾਂ ਵੱਲੋਂ ਜਿਵੇਂ ਇਹ 125 ਏਕੜ ਜ਼ਮੀਨ ਦੱਬੀ ਗਈ ਹੈ, ਇੱਥੋਂ ਸਾਫ਼ ਸਿੱਧ ਹੁੰਦਾ ਹੈ ਕਿ ਦੋਨੇ ਪਾਰਟੀਆਂ ਦੇ ਜਿਹੜੀ ਸਰਕਾਰਾਂ ਦੇ ਲੀਡਰ ਔਰ ਪ੍ਰਸ਼ਾਸਨ ਅਧਿਕਾਰੀ ਹੈ ਉਹ ਇਸ ਘਪਲੇ ਦੇ ਵਿੱਚ ਸ਼ਾਮਲ ਹੈ। ਤਾਂ ਹੀ ਇਸ ਕਰਕੇ ਇਹ ਸਰਕਾਰ ਭਾਵੇਂ ਕਿਸੇ ਦੀ ਵੀ ਆਵੇ, ਇਹਨਾਂ ਦਾ ਜਿਹੜਾ ਹੈ ਇਹ ਘਪਲੇਬਾਜ਼ੀ ਚੱਲੇ ਰਹੀ ਹੈ। ਜੇ ਆਪਾਂ ਮੰਨ ਕੇ ਚੱਲੀਏ ਕਿ ਹੁਣ ਤੱਕ 20 ਸਾਲਾਂ ਦਾ ਜਿਹੜਾ ਠੇਕਾ ਹੀ ਹੈ ਜ਼ਮੀਨ ਦਾ,
ਤੇ ਉਹ ਕਿੰਨਾ ਬਣਦਾ ਹੋਊ ਤੁਹਾਡੇ ਮੁਤਾਬਕ, ਜਿਹੜੇ ਜੇ ਮੰਨ ਕੇ ਚਲੋ 50,000 ਰੁਪਇਆ ਤਾਂ ਨਾਰਮਲ ਚੱਲਦਾ ਅੱਜ ਠੇਕਾ? ਇਹਦੇ ਵਿੱਚ ਅਸੀਂ ਆਪਣੀ ਸ਼ਿਕਾਇਤ ਦੇ ਵਿੱਚ ਕੰਪਲੇਂਟ 'ਚ ਸਪਸ਼ਟ ਲਿਖਿਆ ਵੀ ਇਸ ਦਾ ਜਿਹੜਾ ਮੁਆਵਜ਼ਾ 10 ਕਰੋੜ ਰੁਪਏ ਦੇ ਕਰੀਬ ਬਣਦਾ ਹੈ, ਜੋ ਇਹਨਾਂ ਤੋਂ ਵਸੂਲਿਆ ਜਾਵੇ ਤੇ ਸਰਕਾਰੀ ਖਾਤੇ 'ਚ ਜਮ੍ਹਾਂ ਕਰਾਇਆ ਜਾਵੇ। ਜਿਵੇਂ ਕਿ ਹੁਣ 125 ਏਕੜ ਜ਼ਮੀਨ ਹੈ, ਇਹ ਘੱਟੋ ਘੱਟ 70-75 ਲੱਖ ਰੁਪਇਆ ਸਾਲਾਨਾ ਜਿਹੜਾ ਬਣਦਾ ਹੈ, ਲੇਕਿਨ 15 ਸਾਲ ਤੋਂ ਇਹ ਕਾਸ਼ਤ ਕਰਦੇ ਆ ਰਹੇ ਆ। ਇਹਨਾਂ ਦੇ ਕਰੀਬ 10 ਕਰੋੜ ਦੇ ਕਰੀਬ ਇਹ ਮੁਆਵਜ਼ਾ ਬਣਦਾ ਹੈ। ਇਹਨਾਂ ਤੋਂ ਇਹ ਮੁਆਵਜ਼ਾ ਭਰਵਾਇਆ ਜਾਵੇ ਤੇ ਜ਼ਮੀਨ ਤੇ ਨਜਾਇਜ਼ ਕਬਜ਼ਾ ਛੁਡਵਾਇਆ ਜਾਵੇ। ਅੱਗੇ ਸਰਕਾਰ ਜੋ ਸਰਪਲਸ ਜ਼ਮੀਨ ਹੈ ਇਹ ਬੇਘਰਾਂ ਜਿਹੜੇ ਬੇਜ਼ਮੀਨੇ ਆ ਉਹਨਾਂ ਨੂੰ ਅਲਾਟ ਕੀਤੀ ਜਾਵੇ। ਇਸ ਦੇ ਲਈ ਤੁਸੀਂ ਡੀਸੀ ਸਾਹਿਬ ਨੂੰ ਮਿਲੇ ਹੋ, ਦਰਖਾਸਤ ਦਿੱਤੀ ਹੈ ਕਿ ਅਦਾਲਤ ਦਾ ਬੂਹਾ ਵੀ ਖੜਕਾਇਆ? ਜੇਕਰ ਸਾਨੂੰ ਡਿਪਟੀ ਕਮਿਸ਼ਨ ਨੂੰ ਜਿਹੜੀ ਦਰਖਾਸਤ ਦਿੱਤੀ ਹੈ, ਜੇ ਪ੍ਰਸ਼ਾਸਨ ਨੇ ਇਹਨਾਂ ਤੇ ਬਣਦੀ ਯੋਗ ਕਾਰਵਾਈ ਨਾ ਕੀਤੀ ਤਾਂ ਫਿਰ ਸਾਨੂੰ ਮਜਬੂਰਨ ਅਦਾਲਤ ਦਾ ਦਰਵਾਜ਼ਾ ਖੜਕਾਉਣਾ ਪਏਗਾ ਤੇ ਜੋ ਇਹ ਨਜਾਇਜ਼ ਕਬਜ਼ਾ ਇਹ ਖਾਲੀ ਕਰਵਾ ਕੇ ਜਿਹੜੇ ਅਫਸਰਾਂ ਦੀ ਇਹਦੇ ਵਿੱਚ ਮਿਲੀ ਭੁਗਤ ਹੈ ਉਹਨਾਂ ਦੇ ਖਿਲਾਫ ਵੀ ਅਸੀਂ ਸਰਕਾਰ ਨੂੰ ਲਿਖਾਂਗੇ ਵੀ ਜੋ 15-20 ਸਾਲ ਤੋਂ ਇਹ ਅਫਸਰ ਚੁੱਪ ਕਿਉਂ ਰਹੇ ਆ, ਕਿਉਂ ਨਹੀਂ ਇਸ ਜ਼ਮੀਨ ਤੇ ਕਾਰਵਾਈ ਕਰਕੇ ਇਹਨਾਂ ਨੂੰ ਜਿਹੜਾ ਹੈ ਸਾਲਾਨਾ ਇਨਕਮ ਦਾ ਜਿਹੜਾ ਸਰਕਾਰ ਨੂੰ ਲੱਖਾਂ ਰੁਪਏ ਦਾ ਜਿਹੜਾ ਹੈ ਕਰੋੜ ਰੁਪਏ ਦਾ ਸਾਲ ਦਾ ਨੁਕਸਾਨ ਹੋ ਰਿਹਾ, ਉਹ ਅਫਸਰ ਵੀ ਜ਼ਿੰਮੇਵਾਰ ਹੋਣਗੇ। ਸੋ ਇਹ ਸਨ ਸਾਡੇ ਨਾਲ ਅਵਤਾਰ ਸਿੰਘ, ਜਿਨ੍ਹਾਂ ਨੇ ਸਪਸ਼ਟ ਰੂਪ ਦੇ ਵਿੱਚ ਦੱਸਿਆ ਕਿ ਇੱਕ ਪਿੰਡ ਦੇ ਵਿੱਚ ਇੱਕ ਕੰਪਨੀ ਤੋਂ ਅਕਵਾਇਰ ਕੀਤੀ ਗਈ ਜ਼ਮੀਨ ਜੋ ਅੱਜ ਸਰਕਾਰ ਦੇ ਨਾਂ ਚੜ ਚੁੱਕੀ ਹੈ ਤੇ ਇੱਕ ਐਸਜੀਪੀਸੀ ਮੈਂਬਰ ਤੇ ਉਸਦੇ ਭਰਾ ਵੱਲੋਂ ਨਜਾਇਜ਼ ਕਬਜ਼ਾ ਕਰਕੇ ਉਸਦੇ ਉੱਪਰ ਖੇਤੀ ਕੀਤੀ ਜਾ ਰਹੀ ਹੈ ਤੇ ਹੁਣ ਤੱਕ ਜੇਕਰ ਉਸਦੇ ਆਪਾਂ ਠੇਕੇ ਦੀ ਗੱਲ ਕਰੀਏ ਤਾਂ ਹੁਣ ਤੱਕ ਦਾ ਠੇਕਾ 10 ਕਰੋੜ ਬਣਦਾ, ਜੋ ਸਰਕਾਰ ਨੂੰ ਸਿੱਧੇ ਤੌਰ ਤੇ ਚੂਨਾ ਲੱਗ ਰਿਹਾ ਹੈ। ਇਹਨਾਂ ਵੱਲੋਂ ਮੋਹਾਲੀ ਡੀਸੀ ਨਾਲ ਗੱਲਬਾਤ ਕੀਤੀ ਗਈ ਹੈ, ਉਹਨਾਂ ਨੂੰ ਲਿਖਤੀ ਸ਼ਿਕਾਇਤ ਕੀਤੀ ਗਈ ਹੈ। ਹੁਣ ਵੇਖਣਾ ਹੋਵੇਗਾ ਕਿ ਡੀਸੀ ਮੋਹਾਲੀ ਇਸ ਤੇ ਕੀ ਐਕਸ਼ਨ ਲੈਂਦੇ ਨੇ। ਜੋ ਪਿੰਡ ਜੌਲਾ ਕਲਾਂ ਦੀ ਜ਼ਮੀਨ ਤੇ ਦੋ ਭਰਾਵਾਂ ਵੱਲੋਂ ਕਬਜ਼ਾ ਕੀਤਾ ਗਿਆ ਉਹ ਇੱਕ ਕਾਨੂੰਨੀ ਅਪਰਾਧ ਹੈ। ਇਹ ਕਾਨੂੰਨੀ ਅਪਰਾਧ ਕਿਸ ਸੈਕਸ਼ਨ ਦੇ ਅੰਦਰ ਆਉਂਦਾ ਹੈ? ਸਾਡੇ ਨਾਲ ਐਡਵੋਕੇਟ ਗੁਰਪ੍ਰੀਤ ਸਿੰਘ ਵੈਦਵਾਨ ਸਾਹਿਬ, ਜਿਹੜਾ ਇਹ ਪਿੰਡ ਜੌਲਾ ਕਲਾਂ ਦੀ ਜ਼ਮੀਨ ਦਾ ਮਾਮਲਾ, ਇਹਦੇ ਕਿਹੜੀ ਧਾਰਾ ਦੇ ਅੰਡਰ ਜਿਹੜਾ ਇਹ ਕਾਨੂੰਨੀ ਜੁਰਮ ਆ? ਦੇਖੋ, ਇੱਕ ਸੈਕਸ਼ਨ ਹੈਗਾ 91, ਉਹਦੇ ਤਹਿਤ ਪਟਵਾਰੀ ਨੂੰ ਇੱਕ ਰਿਪੋਰਟ ਕਰਨੀ ਪੈਂਦੀ ਹੈ ਵੀ ਨਜਾਇਜ਼ ਕਬਜ਼ਾ ਪਿੰਡ ਦੇ ਵਿੱਚ ਕਿਸ ਬੰਦੇ ਨੇ ਕੀਤਾ ਹੈ ਤੇ ਐਸਡੀਐਮ ਦੇ ਕੋਲ ਇਹਦੀ ਰਿਪੋਰਟ ਪੇਸ਼ ਕੀਤੀ ਜਾਂਦੀ ਹੈ। ਪਟਵਾਰੀ ਨੂੰ ਇੰਨੀ ਪਾਵਰ ਹੁੰਦੀ ਹੈ, ਉਹਦੇ ਖਿਲਾਫ ਕ੍ਰਿਮੀਨਲ ਕੇਸ ਕਰ ਸਕਦੇ ਆ ਤੇ ਕਬਜ਼ਾ ਛਡਾ ਸਕਦੇ ਆ। ਉਹਦੇ ਉੱਪਰ ਉਹਨੂੰ ਸਜ਼ਾ ਦਾ ਪ੍ਰਾਵਧਾਨ ਵੀ ਹੈਗਾ ਤੇ ਫਾਈਨ ਦਾ ਵੀ ਹੈਗਾ ਆ। ਇਹ ਸਾਰੀ ਪਾਵਰ ਐਸਡੀਐਮ ਸਾਹਿਬ ਕੋਲ ਕਰ ਆਪਣਾ ਕਬਜ਼ਾ ਹਟਾ ਸਕਦੇ ਨੇ। ਦੂਜਾ ਹੈਗਾ ਸਾਡਾ ਇੱਕ ਸਪੈਸਿਫਿਕ ਰਿਲੀਫ ਐਕਟ ਹੈਗਾ, ਉਹਦੀ ਧਾਰਾ 5 ਦੇ ਤਹਿਤ ਇਹ ਪਾਵਰ ਹੈਗੀ ਐਸਡੀਐਮ ਸਾਹਿਬ ਨੂੰ ਤੇ ਤਹਿਸੀਲਦਾਰ ਸਾਹਿਬ ਨੂੰ, ਨਾਇਬ ਤਹਿਸੀਲਦਾਰ ਨੂੰ, ਜੋ ਇਹ ਕਬਜ਼ਾ ਛਡਾ ਸਕਦੇ ਆ ਉਹਨਾਂ ਦੇ ਖਿਲਾਫ ਬਣਦੀ ਕਾਰਵਾਈ ਬਣ ਸਕਦੀ ਆ। ਕਿਉਂਕਿ ਇਹ ਪ੍ਰੋਪਰਟੀ ਹੈਗੀ, ਆਪਾਂ ਹਰ ਵੇਲੇ ਹਰ ਵਾਰ ਦੇ ਵਿੱਚ ਇੱਕੇ ਗੱਲ ਨੇ, 골ਡਨ ਫਰੈਸ਼, ਇਹ 골ਡਨ ਫਰੈਸ਼ ਦੀ ਜ਼ਮੀਨ ਨਹੀਂ ਹੈਗੀ। ਇਹ 골ਡਨ ਫਰੈਸ਼ ਤੋਂ ਗਵਰਨਮੈਂਟ ਨੇ ਆਪਣੇ ਕੋਲ ਲੈ ਲਈ, ਹੁਣ ਗਵਰਨਮੈਂਟ ਦੀ ਜ਼ਮੀਨ ਹੈਗੀ ਆ ਤੇ ਇਹਦੇ ਵਿੱਚ ਸੁਪਰੀਮ ਕੋਰਟ ਦਾ ਡਾਇਰੈਕਟਲੀ ਕਲੀਅਰ ਹੈਗਾ ਆ। ਇੱਕ ਕੇਸ ਸੀਗਾ ਸੁਪਰੀਮ ਕੋਰਟ ਦੇ ਵਿੱਚ, ਪਾਨੇ ਰਾਮ ਵਰਸੀ ਮੋਤੀ ਰਾਮ, ਉਹਦੇ ਵਿੱਚ ਕਲੀਅਰ ਸੀਗਾ ਵੀ ਜਿਹੜਾ ਟਾਈਟਲ ਪਾਵਰ ਦੇ ਵਿੱਚ ਬੰਦਾ ਹੈਗਾ ਆ, ਜਿਹਦੇ ਟਾਈਟਲ ਹੈਗੀ ਆ, ਟਾਈਟਲ ਮੀਨਸ ਉਹ ਜ਼ਮੀਨ ਦਾ ਮਾਲਕ ਕੌਣ ਆ, ਜ਼ਮੀਨ ਦਾ ਮਾਲਕ ਇੱਥੇ ਗਵਰਨਮੈਂਟ ਹੈਗੀ ਆ ਤੇ ਉਹਨੂੰ ਕੋਈ ਵੀ ਕਬਜ਼ ਨਹੀਂ ਕਰ ਸਕਦਾ ਤੇ ਗਵਰਨਮੈਂਟ ਉਹਦੇ ਉੱਤੇ ਆਪਣੀ ਜ਼ਮੀਨ ਕਬਜ਼ ਵਾਪਸ ਲਊਗੀ, ਬਣਦੀ ਕਾਰਵਾਈ ਹੋਗੀ। ਜਿੰਨਾ ਉਹਨੇ ਬੰਦੇ ਨੂੰ ਉਸ ਜ਼ਮੀਨ ਤੋਂ ਰੈਵਨਿਊ ਇਕੱਠਾ ਕਰਿਆ, ਉਹ ਸਰਕਾਰ ਦਾ ਰੈਵਨਿਊ ਦਾ ਨੁਕਸਾਨ ਕੀਤਾ ਗਿਆ, ਉਹਨੂੰ ਭਰਨਾ ਪੈਣਾ। ਉਹਦੇ ਉੱਪਰ ਜੋ ਹੈ ਆਪਣਾ ਕਬਜ਼ਾ ਨਜਾਇਜ਼ ਛੱਡਣਾ ਪਊਗਾ ਤੇ ਉਹਦੇ ਉੱਪਰ ਕਾਰਵਾਈ ਹੋਏਗੀ। ਮੰਨ ਲਓ ਕੱਲ ਨੂੰ ਇਹ ਜ਼ਮੀਨ ਸਰਕਾਰ ਛਡਵਾ ਲੈਂਦੀ ਆ ਤਾਂ ਉਸ ਤੋਂ ਬਾਅਦ ਕੀ ਸਰਕਾਰ ਇੱਥੇ ਕੋਈ ਹੋਰ ਪ੍ਰੋਜੈਕਟ ਲਾ ਸਕਦੀ ਹੈ ਜਾਂ ਉਹ ਗਰੀਬਾਂ ਦੇ ਵਿੱਚ ਵੀ ਜ਼ਮੀਨ ਨੂੰ ਵੰਡ ਸਕਦੀ ਹੈ ਐਜ਼ ਅ ਪਲਾਟ? ਦੇਖੋ, ਜਿਹੜਾ ਹੁਣ ਸਪੈਸ਼ਲ ਰਿਲੀਫ ਐਕਟ ਹੈਗਾ ਆ, ਉਹਦੇ ਵਿੱਚ ਇਹ ਜ਼ਮੀਨ ਨੂੰ ਬੰਦਾ ਛਡਾਊਗਾ, ਸਰਕਾਰ ਗਵਰਨਮੈਂਟ ਛਡਾਊਗੀ। ਜਦੋਂ ਇਹ ਜ਼ਮੀਨ ਛਡਵਾਈ ਗਈ ਹੈਗੀ, ਸਰਪਲਸ ਦੇ ਵਿੱਚ ਐਡ ਕੀਤੀ ਗਈ ਹੈ। ਸਰਪਲਸ ਦਾ ਜਿਹੜਾ ਇੱਕ ਨਵਾਂ ਮੋਟੋ ਹੈਗਾ, ਜੋ ਸ਼ੁਰੂ ਤੋਂ ਹੀ ਹੈਗਾ, ਬੇਜ਼ਮੀਨੇ ਬੰਦੇ ਨੇ ਜਿਨ੍ਹਾਂ ਕੋਲ ਕੋਈ ਜ਼ਮੀਨ ਨਹੀਂ ਹੈਗੀ ਤਾਂ ਗਵਰਨਮੈਂਟ ਉਹਨਾਂ ਨੂੰ ਐਜ਼ ਏ ਪਲਾਟ 5 ਮਰਲੇ 2 ਮਰਲੇ 300 ਗਜ 500 ਗਜ ਜੋ ਵੀ ਹੈ, ਗਵਰਨਮੈਂਟ ਉਹਨਾਂ ਦੇ ਵੰਡ ਦੇ ਤਹਿਤ ਉਹਨਾਂ ਨੂੰ ਵੰਡ ਸਕਦੀ ਹੈ। ਇਹ ਸਰਪਲਸ ਦਾ ਮੇਨ ਹੀ ਮੋਟੋ ਹੀ ਹੈ। ਬਣੀ ਸੋ ਇਹ ਸਨ ਸਾਡੇ ਨਾਲ ਐਡਵੋਕੇਟ ਗੁਰਪ੍ਰੀਤ ਸਿੰਘ, ਜਿਨ੍ਹਾਂ ਨੇ ਬੜੇ ਹੀ ਸਾਫ਼ ਤੇ ਸਪਸ਼ਟ ਸ਼ਬਦਾਂ ਦੇ ਵਿੱਚ ਦੱਸਿਆ ਕਿ ਇਹ ਸਰਕਾਰੀ ਜ਼ਮੀਨ ਦੇ ਉੱਪਰ ਕੋਈ ਵੀ ਕਾਬਜ਼ ਨਹੀਂ ਹੋ ਸਕਦਾ, ਜੇਕਰ ਹੁੰਦਾ ਤਾਂ ਇਹ ਗੈਰ ਕਾਨੂੰਨੀ ਜੁਰਮ ਹੈ ਔਰ ਸਰਕਾਰ ਇਹ ਜ਼ਮੀਨ ਛਡਵਾਉਣ ਤੋਂ ਬਾਅਦ ਬੇਜ਼ਮੀਨੀ ਲੋਕਾਂ ਦੇ ਵਿੱਚ ਪਲਾਟਾਂ ਦੇ ਤੌਰ ਤੇ ਇਹਨੂੰ ਵੰਡ ਵੀ ਸਕਦੀ ਹੈ।
ਕੈਮਰਾਮੈਨ ਵਿਨੇ ਦੇ ਨਾਲ ਜੀਰਕਪੁਰ ਤੋਂ ਰਿਸ਼ੀ ਸਿੰਘ ਰਾਹੀ, ਸਾਂਝਾ ਟੀਵੀ। Please subscribe our channel and press the bell icon ताकि कोई भी नवी अपडेट तुझे बिल्कुल भी मिस ना करो।